ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ऊंच अपार बेअंत स्वामी, कौन जाने गुण ते। गावती उदरे सुनते उदरे, बिन से पाप कनेरे, कौन जाने गुण तेरे। तेरे कवन कवन गुण कह कह गावा, तू साहिब दाना। तुम्हारी महिमा बरन न सको, तुम ठाकुर उच्च भगवान। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्ति अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सैभं
ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸਾਂਝ ਕੀਜੇ ਗੁਣਾ ਕੇਰੀ ਛੋੜ ਔਗਣ ਚੱਲੀਏ। ਗੁਣਾ ਕੋ ਹੋਵੇ ਵਾਸ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵੇ ਸਾਜਨਾ ਮਿਲ ਸਾਜ ਕਰੀ ਜੈ। ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲਣਾ। ਚੱਲੀਏ ਪਹਿਰੇ ਪੈਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ। ਜਿੱਥੇ ਜਾਏ ਬਹੀਐ ਭਲਾ ਕਹੀਐ ਚੁਲ ਅੰਮ੍ਰਿਤ ਪੀਜੈ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਸਤਿਗੁਰੂ ਸਮਤ ਬਖਸ਼ ਦੇ। ਜੇ ਤੇਰੇ ਕੋਲ ਗੁਣਾ ਦਾ ਖਜ਼ਾਨਾ ਹੈ ਨਾ, ਉਹਨਾਂ ਦੀ ਖੁਸ਼ਬੂ ਲੈ, ਖੁਸ਼ਬੂ ਵੰਡ। ਗੁਣਾ ਕਾ ਹੋਵੇ ਵਾਸਲਾ, ਗੁਣਾ ਵਾਲਾ ਡੱਬਾ ਹੈਗਾ ਨਾ, ਉਹਦੇ 'ਚ ਵਾਸ਼ਨਾ ਲਏ, ਖੁਸ਼ਬੂ ਲਏ। ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੇ। ਜਿਨ੍ਹਾਂ ਸੱਜਣਾ ਵਿੱਚ ਕੋਈ ਗੁਣ ਨੇ ਨਾ, ਉਹਨਾਂ ਨਾਲ ਆਪਣਾ ਬਹਿਣ ਉੱਠਣ ਕਰ, ਉਹਨਾਂ ਨਾਲ ਮੇਲ ਮਿਲਾਪ ਕਰ। ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਗੁਣ ਇਕੱਠਾ ਕਰੀ ਜਾ। ਸਾਡੇ ਗੁਰਦੇਵ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਉਹਨਾਂ ਨੇ ਸਾਖੀ ਸੁਣਾਈ। ਇੱਕ ਸ਼ੇਖ ਚਿਲੀ ਕਰਕੇ ਬਹੁਤ ਮਸ਼ਹੂਰ ਹੈ, ਜਿਹੜਾ ਬਹੁਤ ਢੰਗ ਤਰੀਕਿਆਂ ਦੇ ਨਾਲ ਖੇਡ ਵਰਤਾ ਕੇ ਲੀਲਾ ਰਚ ਕੇ ਦੂਜੇ ਨੂੰ ਗਿਆਨ ਦੇ ਜਾਂਦਾ ਸੀ। ਕੋਈ ਨਾ ਕੋਈ ਲੀਲਾ ਰਚ ਕੇ
ਪਰ ਉਹਦੇ ਵਿੱਚ ਗੁਣ ਕੋਈ ਨਹੀਂ ਸੀ। ਕਿੰਨਾ ਚਿਰ 60 ਸਾਲ ਤੱਕ ਅੱਠੇ ਪਹਿਰ ਭੌਂਦਾ ਫਿਰੇ, ਖਾਵਣ ਸੰਧੜੇ ਸੂਲ, ਦੋਜਕ ਪਾਉਂਦਾ ਕਿਉਂ ਰਹੇ ਜਾਂ ਚਿਤ ਨਾ ਹੋਏ ਰਸੂਲ। ਮਹਾਂਪੁਰਸ਼ ਗਿਆਨ ਬਖਸ਼ ਦਿੰਦੇ ਕਿ ਕੋਈ ਨਾ ਕੋਈ ਗੁਣ ਪੱਲੇ ਬੰਨ, ਕੋਈ ਕਮਾਈ ਕਰ। ਸੰਸਾਰ ਦੇ ਵਿੱਚ ਬੜੇ ਗੁਣ ਨੇ, ਬੜੇ ਕਰਤੱਵ। ਤੂੰ ਕੋਈ ਨਾ ਕੋਈ ਗੁਣ ਗ੍ਰਹਿਣ ਕਰ। ਗੁਣ ਦੀ ਕੀਮਤ ਪੈਂਦੀ ਹੈ। ਕਹਿੰਦੇ ਇੱਕ ਗੁਣ ਹੋਵੇ ਇੱਕ ਹੀ ਪਾਵੇਂ। ਇੱਕ ਗੁਣ ਸਾਰੇ ਔਗੁਣਾਂ ਨੂੰ ਢੱਕ ਲੈਂਦਾ। ਪਸ਼ੂ ਦੇ ਵਿੱਚ, ਗਾਂ ਦੇ ਵਿੱਚ, ਮੱਝ ਦੇ ਵਿੱਚ ਇੱਕ ਗੁਣ ਹੈ ਕਿ ਉਹਨੇ ਦੁੱਧ ਦੇਣਾ, ਪਰ ਉਹਦੇ 'ਚ ਦੋਸ਼ ਵੀ ਬੜੇ ਆ ਕਿ ਉਹਨੂੰ ਪੱਠੇ ਪਾਉਣੇ ਪੈਣੇ, ਧੁੱਪੇ ਛਾਵੇਂ ਕਰਨਾ ਹੈ, ਉਹਦਾ ਮਲ ਮੂਤਰ ਚੱਕਣਾ ਹੈ, ਉਹਦੇ ਨਾਲ ਘਰ 'ਚ ਮੱਖੀਆਂ, ਗੰਦਗੀ ਆਉਣੀ। ਸਾਰੇ ਦੋਸ਼ ਆਦਮੀ ਸਿਰ ਤੇ ਝੱਲਦਾ ਹੈ। ਜਦੋਂ ਦੁੱਧ ਨਾ ਦੇਵੇ ਫਿਰ ਵੀ ਉਹਦਾ ਪਾਲਣ ਪੋਸ਼ਣ ਕਰਦਾ ਹੈ, ਦੁੱਧ ਦੀ ਆਸ ਰੱਖ ਕੇ। ਕਿ ਜਦੋਂ ਵੀ ਇਹ ਗਾਂ ਮੱਝ ਬੱਚੇ ਨੂੰ ਜਨਮ ਦੇਵੇਗੀ ਤੇ ਫਿਰ ਦੁੱਧ ਵੀ ਦੇਵੇਗੀ। ਉਨੀ ਦੇਰ ਉਹਨੂੰ ਬੜੇ ਦਾਣਾ ਪੱਠਾ, ਬੜੀ ਸੇਵਾ। ਗੁਣ ਕੀ ਹੈ ਕਿ ਉਹਦੇ ਕੋਲੋਂ ਦੁੱਧ ਦੀਆਂ ਧਾਰਾਂ ਲੈਣੀਆਂ। ਤੇ ਦੋਸ਼ ਕੀ ਨੇ? ਘਰ 'ਚ ਜਗ੍ਹਾ ਰੋਕੀ, ਧੁੱਪੇ ਛਾਵੇਂ, ਉਹਨੂੰ ਪੱਠੇ ਪਾਉਣੇ, ਪਸ਼ੂਆਂ ਦੇ ਵੀ ਨੌਕਰ ਬਣਨਾ। ਇੱਕ ਗੁਣ ਪਿੱਛੇ ਅਸੀਂ ਉਸ ਗਾਂ ਮੱਝ ਦੇ ਸਾਰੇ ਔਗਣ ਭੁੱਲ ਜਾਣੇ। ਕਹਿੰਦੇ ਤੇਰੇ ਵਿੱਚ ਇੱਕ ਹੀ ਗੁਣ ਹੋਵੇ, ਪਰ ਮੇਰੇ ਸਤਿਗੁਰੂ ਮੈਂ ਔਗਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਕੋਈ ਵੀ ਗੁਣ ਨਹੀਂ। ਮੇਰੇ ਤੇ ਰਹਿਮਤ ਕਰੋ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਸੁਭਾਅ ਬਣ ਜਾਂਦੀ ਆ, ਆਦਤਾਂ ਬਣ ਜਾਂਦੀਆਂ। ਮੇਰੀ ਵੀ ਕੋਈ ਆਦਤ ਬਣ ਗਈ ਪਹਿਲੋਂ, ਘੁੰਮਣ ਫਿਰਨ ਦੀ, ਭੱਜਣ ਨੱਠਣ ਦੀ, ਸ਼ਰਾਰਤਾਂ ਕਰਨ ਦੀ। 11 ਕੁ ਸਾਲ ਦੇ ਗਏ ਸੀ ਬਾਬਾ ਜੀ ਕੋਲ। ਤੇ ਆਹ ਪੰਗਤੀ ਨੇ ਮਨ 'ਚ ਠੋਕਰ ਮਾਰੀ। ਅੱਠੇ ਪੈਰ ਭੌਂਦਾ ਫਿਰੇ। ਉੱਥੇ ਇਹ ਪੱਤਰੀ ਆਉਂਦੀ ਏ ਬਣੀ ਹੋਈ, ਜਿਹਦੇ ਵਿੱਚ ਮਹੀਨੇ ਤਵਾਰ, ਮੱਸਿਆ, ਪੁੰਨਿਆ, ਕਈ ਕੁਝ ਹੁੰਦਾ ਹੈ। ਉਹਦੇ ਵਿੱਚ ਇੱਕ ਥਾਂ ਤੇ ਹੁੰਦਾ ਵੀ ਤੁਸੀਂ ਉਂਗਲ ਰੱਖੋ ਤੇ ਅੱਗੇ ਪੜ੍ਹੋ, ਤੁਹਾਨੂੰ ਫਲ ਪਤਾ ਲੱਗ ਜਾਏਗਾ ਵੀ ਤੁਸੀਂ, ਤੁਹਾਡੇ ਕਿਹੋ ਜਿਹੇ ਗੁਣ ਨੇ, ਕਿਹੋ ਜਿਹੇ ਕਰਮ ਨੇ। ਅਸੀਂ ਬੈਠੇ ਸੀ 5-6 ਜਣੇ, ਸਾਰਿਆਂ ਨੇ ਉਂਗਲ ਰੱਖੀ, ਅੱਖਰ ਤੇ ਗੱਗਾ ਰਾਮ ਮਸ ਸਾਵੇਂ ਸੀ, ਫਲਾਣੇ ਥਾਂ ਤੇ ਪੜ੍ਹੋ।
मेरी बारी ये पंक्ति आ गई, अठे पैर पौंदा फिरे खामण संदड़े सूर, दोजक पौंदा क्यों रहे जा चित ना होए रसूर। मैं क्या भी हुण तां कोई ना कोई गुण ग्रहण करना चाहिए, जरूर कोई ना कोई गुण लवो। कीर्तन सीखना, बाबा जी तो संथਿਆ ਲੈਣੀ, कीर्तन में जाना जे समा मिलिया है, महापुरुष मिले नहीं। गुना का होवे वासला कड़ वास लीजिए, समा ना गुआ। समय का दर्द करके मेरा समा अज चला क्यों गया, अज का दिन क्यों लंघ गया। अज ना सुती कंत स्यों अंग मुड़े मुड़ जाए, जाए पुछो डुहागणी तुम क्यों रैन बिहाए। जड़े सारा दिन ही खराब करते आ, महीनों के महीने ही बर्बाद करते आ, सालों के साल बर्बाद करते ने। पता नहीं किवें वो की करते आ। कहते मैनू तो एक दिन नहीं मार पाती कि एक दिन मैं कुछ किया नहीं, नाम नहीं जपिया, संगत नहीं की, सेवा नहीं की, ते मेरे अंग टुटी जाते आ, खिच पई जाती है कि अज मैं कोई गुण पल्ले क्यों नहीं बनिया, गुरु की हाजरी क्यों नहीं भरी, समा गुरु के लेखे च क्यों नहीं कढ़िया। ये थोड़ा थोड़ा करके बहुता बनता है, कौड़ी कौड़ी जोड़ के ही लाख करोड़ बनता है। ये सेख चली भी 60 साल भौंदा फिरदा रहा, धक्के खांदा रहा। तेरा हीरे वर्गा जन्मे, तू कौडियां दे भा लैके जा रहा है, तेनू इनकी कदर नहीं। ये अमोलक हीरे दी, इहदे विच कुछ पल्ले बन। जिहड़े प्रदेश जाते आ, कमाइयां करते आ, उन्होंने भी खुशियां मिलदियां, उन्होंने परिवार नूं भी। जिहड़े प्रदेश जाके गलत धक्के खांदे फिरदे आ, कोई काम नहीं करते, वो आप भी रोंदे आ, माँ बाप भी रोंदे आ, उन्हों का जन्म बोझ बन जाता है। आपदा जीवन बोझ ना बनाओ, कुछ करोगे तो रब भी तुहाडी सहायता करेगा, नहीं कुछ करोगे तो तुहाडे शरीर ने भी साथ नहीं देना, परमेश्वर भी सहाई होएगा। 60 साल का समा गवाया, पल्ले पल्ले खर्च मना बन लाए, ये वाटा दूर दियां ने। इहदे च कुछ कर जरूर, घड़ी दो घड़ी बैठ के नाम जपना, सिमरन कर ला, संगत कर ला, दर्शन कर ला, बड़े पुरुषों कोल बह जा, भली गल सुन ला, धक्के नाल कोई कथा साखी वारता पढ़ ला गुरु दी, समय नूं सफल कर। जिहड़े समा दी कदर नहीं करते, ते समा भी फिर उन्हां नूं नहीं संभालता। गुना का होवे वासला, 60 साल तक भौंदा फिरदा रहा, ना कोई गुण पल्ले। एह मानस जन्म दुलंभ है, होत न बारंबार, निकल जाए न
से फिर आना नहीं बारंबार। यह मानस जन्म दुलंभ है, होत न बारंबार। निकल जाए ना मौका हाथ से, फिर आना नहीं बारंबार। यह मानस जन्म दुलंभ है, मानस जन्म दुलंभ है, होते न बारंबार। निकल जाएगा मौका हाथ से, फिर आना नहीं बारंबार। यही मानस जन्म दुलंभ है। यह मानस जन्म दुलंभ है, होत न बारंबार। निकल जाए ना मौका हाथ से, आना नहीं बारंबार। यह मानस जन्म दुलंभ है। ਰਾਮ ਸਿਮਰ ਪਛਤਾਏਗਾ। ਇਹ ਸਮੇਂ ਨੂੰ ਰੋਵੇਗਾ ਫਿਰ, ਇਹਦੇ ਚ ਕੋਈ ਨਾ ਕੁਝ ਕਰਦਾ ਜਾ। ਭਲਿਆਂ ਦੇ ਸੰਗ ਲੱਗਿਆਂ ਮੇਰੀ ਝੋਲੀ ਫੁੱਲ ਪਏ, ਬੁਰਿਆਂ ਦੇ ਸੰਗ ਲੱਗਿਆਂ ਪਿਛਲੇ ਵੀ ਡੁੱਲ ਗਏ। 60 ਸਾਲ ਬਾਅਦ ਸੁਰਤ ਆਈ, ਇੱਕ ਮਹਾਮੂਰਖ ਬੁੱਧੂ ਜਿੰਦਾ ਕੰਮ ਹੀ ਐਵੇਂ ਪਾਉਂਦੇ ਫਿਰਨਾ। ਘਰ ਵਿੱਚ ਛੱਤ ਤੋਂ ਪਾਣੀ ਮੀਂਹ ਪੈਂਦਾ ਸੀ, ਚੋਣ ਲੱਗ ਪਿਆ ਤੁਬਕਾ ਤੁਬਕਾ। ਫੜ ਕੇ ਘੜਾ ਤੁਬਕੇ ਦੇ ਥੱਲੇ ਰੱਖਦਾ, ਇੱਕ ਤੁਬਕਾ ਪਾਣੀ ਦਾ ਡਿੱਗਦਾ ਏ, ਘੜਾ ਸੀ ਚੱਕ ਕੇ ਰੱਖਦਾ। ਚਿੱਕੜ ਨਹੀਂ ਹੋਏਗਾ, ਘਰ ਖਰਾਬ ਨਹੀਂ ਹੋਏਗਾ। ਸਵੇਰੇ ਉੱਠਿਆ ਤੇ ਘੜਾ ਭਰਿਆ ਹੋਇਆ ਸੀ। ਬਸ ਕੋਈ ਭਲਾ ਕਰਮ ਜਾਗ ਪਿਆ, ਆਖੋ ਸੀ ਵਾਹਿਗੁਰੂ। ਪੂਰਬੜਾ ਕਰਮ ਜਾਗ ਪਿਆ। ਇਸ ਮੂਰਖ ਮਨ ਨੂੰ ਸਮਝ ਆ ਗਿਆ। ਮੂਰਖ ਮਨ ਸਮਝਾਉ, ਆਖੋ ਕੇਤੜਾ। मूर्ख मन समझाऊं, आँखों के केतड़ा। गुरमुख मन समझाओ, आँखों केतड़ा। गुरमुख हर गुण गाए, रंग रंगेतड़ा। गुरमुख रंग गाए, रंग रंगेतड़ा। जी मूर्ख मन मन समझाए, आँखों केतड़ा। गुरमुख हर गुण गाए, रंग रंगेतड़ा। मन समझाए आँखों केतड़ा। गुरमुख हर गुण गाए, रंग रंगेतड़ा। मूर्ख मन समझाए, आँखों केतड़ा। गुरमुख हर गुण गाए, रंग रंगेतड़ा। मूर्ख मन
ਗੁਰੂ ਕੋਲ ਤਰਲਾ ਪਾ, ਗੁਰੂ ਤੋਂ ਮੰਗ ਕਿ ਗੁਣਵੰਤਿਆ ਗੁਣ ਦੇ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੇ, ਮੈਨੂੰ ਮੂਰਖ ਨੂੰ ਵੀ ਦੇ ਦਿਓ ਕੋਈ ਚੰਗਾ ਗੁਣ, ਮੈਂ ਸੋਭਾ ਲੈ ਸਕਾਂ, ਵਡਿਆਈ ਲੈ ਸਕਾਂ। ਗੁਣਵੰਤਿਆ ਗੁਣ ਦੇ, ਗੁਣਾ ਦੇ ਖਜ਼ਾਨਿਆ ਕੋਈ ਗੁਣ ਬਖਸ਼ ਦੇ। ਲਾਹਣਤਾਂ ਹੀ ਹੁੰਦੀਆਂ ਨੇ ਕਈਆਂ ਦੇ ਪੱਲੇ, ਜਿਨ੍ਹਾਂ ਨੇ ਕੋਈ ਚੰਗਾ ਕੰਮ ਹੀ ਨਹੀਂ ਕਰਨਾ। ਜਿਨੇ 60 ਸਾਲ ਵਿੱਚ ਕੱਖ ਨਾ ਕੀਤਾ, 60 ਸਾਲਾਂ ਬਾਅਦ ਇੱਕ ਘੜੇ ਨੂੰ ਵੇਖਿਆ ਕਿ ਇੱਕ ਇੱਕ ਤੁਮਕੇ ਨਾਲ ਘੜਾ ਭਰ ਗਿਆ। 60 ਸਾਲਾਂ ਦਾ ਪਛਤਾਵਾ ਸ਼ੁਰੂ ਹੋ ਗਿਆ ਕਿ ਐਵੇਂ ਹੀ ਉਮਰਾਂ ਗੁਆਲੀ, ਐਵੇਂ ਹੀ ਲੰਘ ਗਈ ਸਾਰੀ। ਸੇਖ ਚਿਲੀ ਤੂੰ ਇੱਕ ਵੀ ਗੁਣ ਰੋਜ਼ ਦਾ ਇਕੱਠਾ ਕਰਦਾ ਤੇ ਤੇਰਾ 60 ਸਾਲਾਂ ਵਿੱਚ ਘੜਾ ਭਰ ਜਾਣਾ ਸੀ। ਕੋਈ ਇੱਕ ਵੀ ਚੰਗਾ ਕਰਮ ਰੋਜ਼ ਕਰਦਾ, ਤੇਰੇ ਚੰਗੇ ਕਰਮਾਂ ਦਾ ਘੜਾ ਭਰ ਜਾਣਾ ਸੀ। ਤੂੰ ਇਹਨਾਂ 60 ਸਾਲਾਂ ਵਿੱਚ ਕੋਈ ਵੀ ਨਹੀਂ ਕੀਤਾ। ਬਹੁਤ ਪਛਤਾਵਾ ਹੋਇਆ, ਪਰ 60 ਸਾਲਾਂ ਤੋਂ ਬਾਅਦ ਇੱਕ ਇੱਕ ਤੁਮਕੇ ਨਾਲ ਘੜਾ ਭਰਦਾ ਵੇਖ ਕੇ ਸਮਤ ਮਿਲ ਗਈ ਵੀ ਅਜਹੂੰ ਸਮਝ, ਅਜੇ ਰਹਿੰਦੀ ਤੇਰੀ ਕੋਈ ਉਮਰ, ਕਿੰਨੀ ਵੀ ਰਹਿੰਦੀ ਏ, ਹੁਣੇ ਕੁਝ ਕਰ ਲੈ। ਜਿਹੜਾ ਕੋਈ ਚੰਗਾ ਕੰਮ ਮਿਲੇ, ਮੌਕਾ ਮਿਲੇ, ਸੁਨਹਿਰੀ ਮੌਕਾ ਮਿਲੇ, ਛੱਡਣਾ ਨਹੀਂ। ਕੋਈ ਚਾਂਸ ਮਿਲੇ, ਜਾਣ ਨਹੀਂ ਦੇਣਾ। ਕੁਝ ਵੀ ਹੋਵੇ, ਕਹਿੰਦੇ ਗੁਰੂ ਸਾਹਿਬ ਕਹਿੰਦੇ 3 ਘੰਟੇ ਦਾ ਤੂੰ ਗੁਰੂ ਦਾ ਨਾਮ ਜਪ, 8 ਪੈਰ ਨੇ 3 ਘੰਟਿਆਂ ਦੇ, 3 ਘੰਟਿਆਂ ਨੂੰ 8 ਥਾਈਂ ਵੰਡਿਆ, 8 ਤੀਆ 24। ਇੱਕ ਪਹਿਰ ਨਾਮ ਜਪਣ ਚ ਲੰਘਾ ਦੇ, ਤੈਨੂੰ ਸ਼ਕਤੀ ਮਿਲੇਗੀ, ਗੁਰੂ ਤੋਂ ਬਲ ਮਿਲੇਗਾ। ਜਿਵੇਂ ਇੱਕ ਬੱਚਾ ਨਲਾਇਕ ਸਕੂਲ ਦਾ ਰੋਜ਼ ਸਕੂਲੋਂ ਮਾਰ ਖਾਂਦਾ ਏ, ਰੋਜ਼ ਘਰੋਂ ਲਾਹਣਤਾਂ ਪੈਂਦੀਆਂ ਏ, ਸਕੂਲੋਂ ਵੀ ਕੁੱਟ, ਘਰੋਂ ਵੀ ਕੁੱਟ। ਉਹਨੂੰ ਮਹਾਂਪੁਰਖਾਂ ਦੀ ਸੰਗਤ ਨੇ, ਗੁਰੂ ਦੀ ਬਾਣੀ ਨੇ ਪਾਕਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ। ਮੁਸਲਮਾਨਾਂ ਦਾ ਮੁੰਡਾ ਸੀ ਅਯੂਬ ਖਾਨ, ਉਹ ਰਾਸ਼ਟਰਪਤੀ ਬਣਿਆ। ਇੱਕ ਮੂਲ ਮੰਤਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮਹਾਂਪੁਰਖਾਂ ਦੀ ਸੰਗਤ ਸਵਾਰਦੀ ਏ, ਮਨਮੁਖਾਂ ਦੀ ਸੰਗਤ ਮਾਰਦੀ ਏ, ਡੋਬਦੀ ਏ। ਮਾੜੇ ਬੰਦਿਆਂ ਦਾ ਖਹਿੜਾ ਛੱਡ ਆਖੋ ਸੀ। ਛਾੜ ਰੇ ਮਨ ਹਰ ਬੇਮੁਖਣ ਕੀ ਸੰਗ,
ਹਰ ਬੇਮੁਖਣ ਕਾ ਸੰਗ। ਬੇਮੁਖ ਬੰਦੇ ਦਾ ਸੰਗ ਨਾ ਕਰੀ, ਤੇਰਾ ਘਰ ਡੋਬ ਦੇਗਾ। ਤੂੰ ਡੁੱਬ ਗਿਆ, ਤੇਰਾ ਘਰ ਡੁੱਬ ਗਿਆ, ਤੇਰੇ ਨਾਲ ਰੋਣਾ ਹੀ ਪੱਲੇ ਰਹਿ ਜਾਏਗਾ। ਆਦਤਾਂ ਮਾੜੀਆਂ ਚੰਗੀਆਂ ਨਹੀਂ ਹੁੰਦੀਆਂ, ਇਹ ਜਦੋਂ ਪੈ ਜਾਂਦੀਆਂ ਫਿਰ ਆਦਤਾਂ ਛੁੱਟਦੀਆਂ ਨਹੀਂ। ਬੁਰੀਆਂ ਆਦਤਾਂ ਤੋਂ ਮਨੁੱਖ ਨੂੰ ਬਚਣਾ ਚਾਹੀਦਾ ਹੈ। ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ। बुरी संगत ना कीजिए, बुरा ना ताहे बखान। कर कड़ालनी दुग्ध पी पर तह सब मद जान। कहते शराब वेचण वाली दी घर वाली भावें दुध भी लैके जाती होवे ना, लोकां ने कहना शराब लैके जा रही है, क्योंकि उनका घर परिवार माड़ा है। इस करके कदी भी इहो जिहा काम ना करिए कि साडी जिंदगी ते धब्बा लग जे, साडे चंगे काम भी माड़े दिसन। गुरु साहब कहते सत्ती पैरी सत पढ़ा, बईए पढ़िया पास। किसी महापुरख की कथा सुन ला, कोई साखी पढ़ ला, गुरबाणी पढ़ ला, वाहिगुरू वाहिगुरू कर ला। एक 3-8 हिस्सियां च जिंदगी नूं वंड के 8वां हिस्सा 3 घंटे है, 24 घंटे 3 घंटे तू गुरु का नाम जपना है, तेनों शक्तियां मिलणगियां, तेनों बल मिलेगा, तेरे कर्म सिद्धे होणगे, तेरे विगड़े बनणगे, तेरे ते साहिब की नज़र होएगी। नाम जपण दे नाल कारज रास हुंदे आ, नाम जपण दे नाल कर्म सिद्धे हुंदे आ, नाम जपण दे नाल दुखां दा नाश हुंदा है। इस करके हर बंदे नूं 24 घंटियां च बाबा जी कहंदे सी 10वां हिस्सा 2.5 घंटे इत्थे एक पैर दस्सिया कि एक पैर 3 घंटियां दा गुरु वाले पासे ला दे। बाकी ਜਿਹੜੇ 7 पैर ने ਉਹਦੇ ਚੰਗੇ ਚੰਗੇ ਬੰਦਿਆਂ ਨਾਲ ਮੇਲ ਮਿਲਾਪ ਕਰ, ਚੰਗਿਆਂ ਕੋਲ ਬੈਠ, ਚੰਗਿਆਂ ਕੋਲ ਜਾ, ਚੰਗਿਆਂ ਦੀਆਂ ਵਿਚਾਰਾਂ ਸੁਣ, ਤੈਨੂੰ ਬਹੁਤ ਉੱਚਾ ਚੱਕ ਕੇ ਲੈ ਜਾਣਗੀਆਂ। ਆਖੋ ਸ੍ਰੀ ਵਾਹਿਗੁਰੂ ਜੀ। ਬਾਬਾ ਜੀ ਦੇ ਅਸੀਂ ਛੋਟੇ ਛੋਟੇ ਸੀ। ਇੱਕ ਬਜ਼ੁਰਗ ਬਾਬਾ ਰਤਨ ਸਿੰਘ ਜੀ ਜਿਹੜੇ ਬਾਬਾ ਆਨੰਦ ਸਿੰਘ ਜੀ ਕੋਲ ਰਹੇ ਸੀ, ਉਹ ਰੋਜ਼ ਬਾਬਾ ਜੀ ਦੇ ਸੁਖਮਨੀ ਸਾਹਿਬ ਦੇ ਅੱਗੇ ਆ ਕੇ ਬਹਿ ਜਾਂਦੇ ਸੀ। ਉਹਨਾਂ ਦਾ ਕੰਮ ਹੁੰਦਾ ਸੀ ਸਾਖੀਆਂ ਸੁਣਾਉਣੀਆਂ। ਉਹ ਬਾਬਾ ਆਨੰਦ ਸਿੰਘ ਨਾਲ ਰਹੇ ਸੀ ਤੇ ਬਾਬਾ ਆਨੰਦ ਸਿੰਘ ਦੇ ਬਚਨ ਸੁਣਾਇਆ ਕਰਦੇ ਸੀ। ਮੇਰੇ ਮਨ ਅੰਦਰ ਸ਼ੌਂਕ ਹੁੰਦਾ ਸੀ, ਮੈਂ ਜਾ ਕੇ ਬਾਬਾ ਜੀ ਦੀਆਂ ਸਾਖੀਆਂ ਸੁਣਨੀਆਂ ਉਹਨਾਂ ਤੋਂ। ਇਹ ਚੰਗੇ ਉਪਦੇਸ਼ ਨੇ, ਚੰਗੇ ਗੁਣਾਂ ਨੇ, ਧਰੂ ਵਰਗੇ ਪੁੱਤ ਪੈਦਾ ਕਰਦੇ। ਚੰਗੀਆਂ ਵਿਚਾਰਾਂ ਸੁਣਨ ਦੇ ਨਾਲ, ਨਾਮ ਜਪਣ ਦੇ ਨਾਲ ਚੰਗੇ ਗੁਣ ਲੈ ਪ੍ਰਹਿਲਾਦ ਵਰਗੇ ਪੁੱਤ ਪੈਦਾ ਹੋ ਗਏ। ਖੋਟੇ ਪਿਓ ਦੇ ਘਰ ਕਲਰ ਕਵਲ ਭਗਤ ਪ੍ਰਹਿਲਾਦ ਕਹਿੰਦੇ ਕਲਰ ਵਿੱਚ ਕਵਲ ਫੁੱਲ ਹੋ ਗਿਆ, ਨਹੀਂ ਤਾਂ ਕਲਰ ਕਵਲ ਫੁੱਲ ਪਾਣੀ 'ਚ ਹੁੰਦਾ ਸੀ, ਪਰ ਇੱਥੇ ਕਲਰ ਵਿੱਚ ਹੋਇਆ। ਹਰਨਾਕਸ਼ ਦੈਂਤ ਦੇ ਘਰ ਪੁੱਤਰ ਭਗਤ ਪ੍ਰਹਿਲਾਦ, ਘਰ ਹਰਨਾਕਸ਼ ਦੈਨ ਦੇ ਪੁੱਤਰ ਪ੍ਰਹਿਲਾਦ ਹੋਇਆ। ਇਹ ਚੰਗੀ ਸੰਗਤ ਜਿਹੜੀ ਨਾ ਜ਼ਰੂਰ ਤੇਰਾ ਸਵਾਰੇਗੀ। ਉਹ ਭਲਿਆਂ ਦੇ ਸੰਗ ਲੱਗਿਆ ਮੇਰੀ ਚੋਰੀ ਫੁੱਲ ਪਾਏ, ਬੁਰਿਆਂ ਦੇ ਸੰਗ ਪਿਛਲੇ ਪੀ ਡੁੱਲ
ਸੰਗ ਲੱਗਿਆ ਮੇਰੀ ਝੋਲੀ ਫੁੱਲ ਪਏ ਬੁਰਿਆਂ ਦੇ ਸੰਗ ਲੱਗਿਆ ਉਹ ਪਿਛਲੇ ਪੀ ਡੁੱਲ ਗਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਰੇ ਬੁਰਿਆਂ ਦੇ ਸੰਗ ਲੱਗਿਆ ਲੈ ਪੀ ਡੁੱਲ ਗਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਏ ਬੁਰਿਆਂ ਦੇ ਸੰਗ ਲੱਗਿਆ ਪਿਛਲੇ ਵੀ ਡੁੱਲ ਗਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਰੇ ਬੁਰਿਆਂ ਦੇ ਸੰਗ ਲੱਗਿਆ ਪਿਛਲੇ ਵੀ ਡੁੱਲ ਗਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਏ ਬੁਰਿਆਂ ਦੇ ਸੰਗ ਲੱਗਿਆ ਪਿਛਲੇ ਵੀ ਡੁੱਬ ਗਏ ਉਹ ਸੰਗ ਲੱਗ ਤਰੀਏ ਕੋ ਸੰਗ ਲੱਗ ਡੁੱਬੀਏ ਸੰਗ ਲੱਗ ਤਰੀਏ ਕੋ ਸੰਗ ਲੱਗ ਡੁੱਬੀਏ ਸੰਗ ਲੱਗ ਤਰੀਏ ਕੋ ਸੰਗ ਲੱਗ ਸੰਗ ਲੱਗ ਤਰੀਏ ਕੋ ਸੰਗ ਲੱਗ ਡੁੱਬੀਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਏ ਬੁਰਿਆਂ ਦੇ ਸੰਗ ਲੱਗਿਆ ਪਿਛਲੇ ਵੀ ਡੁੱਬ ਗਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਏ ਬੁਰਿਆਂ ਦੇ ਸੰਗ ਲੱਗਿਆ ਪਿਛਲੇ ਵੀ ਡੁੱਲ ਗਏ ਸੰਗ ਲੱਗ ਤਰੀਏ ਕੋ ਸੰਗ ਲੱਗ ਡੁੱਬੀਏ ਸੰਗ ਲੱਗ ਤਰੀਏ ਕੋ ਸੰਗ ਲੱਗ ਡੁੱਬੀਏ ਭਲਿਆਂ ਦੇ ਸੰਗ ਲੱਗਿਆ ਮੇਰੀ ਝੋਲੀ ਫੁੱਲ ਪਏ ਬੁਰਿਆਂ ਦੇ ਸੰਗ ਲੱਗਿਆ ਪਿਛਲੇ ਵੀ ਡੁੱਬ ਗਏ ਮਾਰੀ ਮਰੋ ਕੋ ਸੰਗ ਕੀ ਇਕੱਲੇ ਨਿਕਟ ਜਿਉ ਬੇਰ ਕਹਿੰਦੇ ਮਾੜੀ ਸੰਗਤ ਦੀ ਬੜੀ ਭੈੜੀ ਮਾਰੇ ਜਿਵੇਂ ਕੇਲੇ ਦੇ ਕੋਲ ਬੇਰ ਖੜੀ ਹੋਵੇ ਮਾੜੇ ਭਾਗਾਂ ਉਹ ਝੂਲੇ ਉਹ ਚੀਰੀਏ ਕੇਲਾ ਝੁੱਲੇਗਾ ਤੇ ਬੇਰ ਦੇ ਕੰਡੇ ਉਹਨੂੰ ਚੀਰਨਗੇ ਇਹ ਐਸੀ ਸੰਗਤ ਨਾ ਤੇਰੀ ਹੋਵੇ ਕੰਡਿਆਂ ਵਾਲੀ ਪਾਪੀਆਂ ਵਾਲੀ ਤੂੰ ਝੂਲੇ ਤੂੰ ਜ਼ਿੰਦਗੀ ਦੀਆਂ ਲਗਰਾਂ ਕੱਢੇ ਉਹ ਤੇਰੀਆਂ ਨਾਸ ਕਰੇ ਐਸੀ ਸੰਗਤ ਤੋਂ ਬਚ ਮਾੜੀ ਸੰਗਤ ਦੀ ਮਾਰ ਬਹੁਤ ਭੈੜੀ ਹੈ ਪਿਆਰੇ ਜੀ ਕਦੀ ਕੀ ਹੋਇਆ ਮਾਰੀ ਮੈਂ ਕੋ ਸੰਗਤ ਮਾੜੀ ਸੰਗਤ ਨੇ ਮੈਨੂੰ ਮਾਰਿਆ ਏ ਜ਼ਿੰਦਗੀ 'ਚ ਮਿਲ ਗਈ ਮਾੜੀ ਆਦਤ ਜਿਹੜੀ ਮਾਰ ਪਈ ਨਾ ਮੈਨੂੰ ਕੋ ਸੰਗਤ ਦੀ ਮਾਰ ਪਈ ਮਾਂ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾਂ ਪਿਆਰੇ ਜੀ ਮਾਰੀ ਮੈਂ ਕੋ ਸੰਗ ਦੀ ਮਰਾ ਪਿਆਰੇ ਜੀ
ਪਰ ਮਹਾਂਪੁਰਸ਼ ਦੀ ਸੰਗਤ ਮਿਲ ਗਈ। ਕਾਫਲਾ ਫੜਨ ਵਾਸਤੇ ਮਗਰ ਆ ਗਿਆ, ਬਸ ਮਾਰ ਹੀ ਸੀ। ਮਹਾਂਪੁਰਸ਼ ਦੇ ਚਰਨ ਫੜ ਲਏ। ਫਿਰ ਗੁਰੂ ਸਾਹਿਬ ਦੀ ਸੰਗਤ ਮਿਲੀ ਤੇ ਬਾਬਾ ਬਿਧੀ ਚੰਦ ਜੀ ਬਣ ਗਏ। ਬਾਬਾ ਬਿਧੀ ਚੰਦ ਜੀ ਚੋਰੀਆਂ ਕਰਨ ਵਾਲੇ ਬਾਬਾ ਬਿਧੀ ਚੰਦ ਜੀ ਬਣ ਗਏ ਚੰਗੀ ਸੰਗਤ ਦੇ ਨਾਲ। ਚੰਗੀ ਸੰਗਤ ਦੇ ਨਾਲ ਮਹਾਂਪੁਰਸ਼ਾਂ ਦੀ ਸੰਗਤ ਨੇ ਸਮੱਤ ਦਿੱਤੀ। ਇੱਕ ਡਾਕੂ ਧਾੜਵੀ ਵਾਲਮੀਕ ਬਟਵਾਰਾ ਦੁਨੀਆ ਦਾ ਬਹੁਤ ਵੱਡੇ ਮਹਾਂਪੁਰਸ਼ ਸਾਬਤ ਹੋਏ। ਧਾੜਵੀ ਸੀ, ਰਾਹ ਜਾਂਦਿਆਂ ਨੂੰ ਲੁੱਟਦਾ ਸੀ। ਮਹਾਂਪੁਰਖਾਂ ਦੀ ਸੰਗਤ ਮਿਲ ਗਈ, ਸਮੱਤ ਮਿਲੀ ਤੇ ਭਗਤ ਵਾਲਮੀਕ ਜੀ ਹੋਏ, ਜਿਨ੍ਹਾਂ ਦੀ ਬਹੁਤ ਮਹਿਮਾ ਹੈ, ਬੜੀ ਵਡਿਆਈ ਹੈ। ਨੀਵੇਂ ਘਰ ਦੇ ਜਨਮ ਨੇ ਉਹਨਾਂ ਨੂੰ ਉੱਚਿਆ ਚੱਕ ਦਿੱਤਾ। ਨਾਮ ਨੇ, ਨਾਮ ਪੜਦੇ ਟੱਕ ਲੈਂਦਾ। ਇਸ ਕਰਕੇ ਤੂੰ 24 ਘੰਟਿਆਂ ਦਾ 10ਵਾਂ ਹਿੱਸਾ ਜ਼ਰੂਰ ਗੁਰੂ ਦਾ ਨਾਮ ਜਪ, ਗੁਰੂ ਦੀ ਬਾਣੀ ਫੜ, ਗੁਰੂ ਦੀ ਮਾਲਾ ਫੇਰ, ਗੁਰਦੁਆਰੇ ਜਾ, ਗੁਰੂ ਦੀ ਸੰਗਤ ਕਰ। ਇਹ ਜ਼ਰੂਰ 24 ਘੰਟਿਆਂ ਵਿੱਚੋਂ ਗੁਰੂ ਦਾ ਇੱਕ 2.5 ਘੰਟੇ ਦਾ ਸਮਾਂ ਕੱਢ ਤੇ ਤੇਰੇ ਗੁਰੂ ਸਾਹਿਬ ਸਹਾਈ ਹੋਣਗੇ। ਹਰ ਕੰਮ ਦੇ ਵਿੱਚ ਗੁਰੂ ਦੀ ਸਹਾਇਤਾ ਮਿਲੇਗੀ, ਗੁਰੂ ਦੀ ਮਦਦ ਮਿਲੇਗੀ ਤੈਨੂੰ। ਬਾਕੀ ਜਿਹੜੇ 24 ਘੰਟਿਆਂ ਵਿੱਚੋਂ ਇੱਕ ਪੈਰ ਇੱਧਰ ਤੇ 7 ਪੈਰ, 7 ਤੀਆ 21 ਘੰਟੇ ਚੰਗੇ ਚੰਗੇ ਕੰਮ ਕਰਨ ਦੀ ਲੋਚਾ ਕਰ। ਕਹਿੰਦੇ ਜਿਹਨੂੰ ਜ਼ਿੰਦਗੀ 'ਚ ਚੰਗਾ ਕੰਮ ਦਾ ਸੁਭਾਗ ਮਿਲੇ ਨਾ, ਉਹਨੂੰ ਕਰ ਲਈ ਫਟਾਫਟ। ਨਹਿ ਬਲੰਬਗ ਧਰਮੰ ਬਲੰਬਗ ਪਾਪੰ। ਜੇ ਕੋਈ ਧਰਮ ਦਾ ਕੰਮ ਹੋਏਗਾ, ਤੈਨੂੰ ਮਿਲਦਾ ਹੋਏਗਾ, ਉਹਦੇ 'ਚ ਦੇਰੀ ਨਾ ਪਾਵੀਂ, ਤੇਰੇ ਹੱਥੋਂ ਸਮਾਂ ਜਾ ਸਕਦਾ ਹੈ। ਚੰਗੇ ਕੰਮ ਦੇ ਵਿੱਚ ਦੇਰ ਨਾ ਲਾਵੀਂ। ਨਹੀਂ ਬਲੰਬੰ, ਇਹ ਸਮਾਂ ਤੇਰੇ ਹੱਥੋਂ ਨਿਕਲ ਸਕਦਾ ਹੈ। ਕਹਿੰਦੇ ਮਾੜੇ ਕੰਮ ਦੇ ਵਿੱਚ ਦੇਰ ਪਾ ਦੀ, ਤੂੰ ਬਚ ਸਕਦਾ ਹੁੰਦੇ ਤੋਂ। ਹੋ ਸਕਦਾ ਤੂੰ ਬਚ ਜਾਵੇਂ, ਉਹਦੇ 'ਚ ਉਹਨੂੰ ਡਿਲੇ ਕਰ ਦੇ, ਉਹਨੂੰ ਅੱਗੇ ਕਰ ਦੇ, ਉਹਦੇ ਤੇ ਵਿਚਾਰ ਕਰ। ਤੂੰ ਬਚ ਸਕਦਾ ਉਹਦੇ ਤੋਂ। ਬੜੀ ਵੱਡੀ ਘਟਨਾ ਤੋਂ ਬਚ ਜਾਏਗਾ ਜੇ ਮਾੜੇ ਕੰਮ 'ਚ ਦੇਰ ਪਾਏਗਾ। ਚੰਗੇ ਕੰਮ 'ਚ ਦੇਰ ਕਰੇਗਾ ਤੇ ਬੜੇ ਸੁਨਹਿਰੀ ਮੌਕੇ ਤੋਂ ਖੁੰਝ ਜਾਵੇਗਾ। ਚੰਗੇ ਕੰਮ ਦੇ ਵਿੱਚ ਦੇਰ ਨਾ ਪਾਈ, ਮੌਕਾ ਹੱਥੋਂ ਨਿਕਲ ਜਾਏਗਾ। ਮਾੜੇ ਕੰਮ ਵਿੱਚ ਦੇਰ ਕਾਦੀ, ਸ਼ਾਇਦ ਤੇਰੀ ਮੁਸੀਬਤ ਟਲ ਜਾਵੇ। ਭਲੇ ਕਰਮ ਕਰਨ ਦੀ ਲੋਚਾ ਕਰ, ਗੁਰੂ ਦੀ ਮਦਦ, ਗੁਰੂ ਦੀ ਬਖਸ਼ਿਸ਼ ਕਿਰਪਾ ਲੈ। ਜਿਹੜੇ ਬੜੇ ਵੀ ਨੀਵੇਂ ਸੀ, ਨੀਚ ਸੀ, ਉਹ ਮਹਾਂਪੁਰਸ਼ ਬਣ ਗਏ। ਖੋਟਿਆਂ ਕਰਮਾਂ ਵਾਲੇ ਦੂਜਿਆਂ ਦੇ ਕਰਮ ਵੀ ਸਿੱਧੇ ਕਰਨ ਲੱਗੇ। ਸ਼ੇਖ ਚਿਲੀ ਅੱਜ 60 ਸਾਲ ਦੀ ਉਮਰ ਗਵਾ ਕੇ ਆਪਦੀ ਬਾਕੀ ਉਮਰ ਨੂੰ ਸੰਭਾਲ ਲਿਆ। ਦਿਨ ਰਾਤ ਇਸ ਪਾਸੇ ਨੂੰ ਲੱਗ ਗਿਆ। ਲੋਕਾਂ ਨੂੰ ਸੁਚੇਤ ਕਰਤਾ ਵੀ ਸਮਾਂ ਨਾ ਗਵਾਓ, ਉਮਰਾਂ ਨਾ ਗਵਾਓ। ਬਚਪਨ ਵੀ ਸੰਭਾਲੋ, ਜਵਾਨੀ ਵੀ ਸੰਭਾਲੋ, ਬੁਢਾਪਾ ਵੀ ਸੰਭਾਲੋ। 60 ਸਾਲ ਤੋਂ ਬਾਅਦ ਬੁਢਾਪੇ ਦੇ ਵਿੱਚ ਫਿਰ ਜਿੰਨੀ ਉਮਰ ਹੋਈ, 100 ਤੋਂ ਵੱਧ ਹੋਈ, ਕਿੰਨੀ ਹੋਈ। ਬਾਬਾ ਖੇਮ ਸਿੰਘ ਜੀ ਦੀ 70 ਸਾਲ ਆਯੂ ਲੰਘੀ।
70 ਸਾਲ ਤੋਂ ਬਾਅਦ ਇੱਥੋਂ ਦੀ ਸੇਵਾ ਮਿਲੀ ਤੇ ਧੰਨ ਧੰਨ ਕਰਾਤੀ ਸਾਰੇ ਪਾਸੇ। 70 ਸਾਲ ਤੋਂ ਸ਼ੁਰੂ ਹੋ ਆਤ ਹੋਈ ਹੈ। ਦੋ ਜਣੇ ਸੀ, ਦੋਵਾਂ ਨੂੰ ਕਿਸੇ ਮਹਾਂਪੁਰਖਾਂ ਨੇ ਦੱਸਿਆ, ਬਾਬਾ ਖੇਮ ਸਿੰਘ ਨੂੰ ਦੱਸਿਆ ਕਿ ਅਖੀਰ ਤੇ ਜਾ ਕੇ ਨਾਲ ਦੇ ਨੂੰ ਕਿਹਾ ਵੀ ਇਹਨੂੰ ਦਾਤ ਪ੍ਰਾਪਤ ਹੋਏਗੀ, ਕੋਈ ਚੰਗੀ ਵੱਡੀ ਦਾਤ, ਤੇ ਖੇਮ ਸਿੰਘ ਤੇਰੀ ਮੌਤ ਹੋ ਜਾਏਗੀ। ਹੀਰਾ ਸਿੰਘ ਨੂੰ ਚੰਗੀ ਦਾਤ ਪ੍ਰਾਪਤ ਹੋਏਗੀ, ਤੇਰੀ ਮੌਤ ਹੋ ਜਾਏਗੀ, ਤੂੰ ਐਵੇਂ ਜਾਏਗਾ। ਬਾਬਾ ਖੇਮ ਸਿੰਘ ਜੀ ਨੇ ਆਰਾਧਨਾ ਸ਼ੁਰੂ ਕਰਤੀ, ਨਾਮ ਜਪਣਾ ਸ਼ੁਰੂ ਕਰਤਾ, ਨਿਤਨੇਮ ਵਧਾਤਾ। ਹੀਰਾ ਸਿੰਘ ਬੇਪਰਵਾਹ ਹੋ ਗਿਆ ਵੀ ਆਪਾਂ ਨੂੰ ਤਾਂ ਮਿਲ ਹੀ ਜਾਣਾ ਕੋਈ ਨਾ ਕੋਈ, ਆਪਾਂ ਨੂੰ ਤਾਂ ਕੋਈ ਨਾ ਕੋਈ ਲੱਭ ਹੀ ਜਾਣਾ, ਮੇਰੇ ਭਾਗਾਂ ਵਿੱਚ ਹੈਗਾ। ਉਹ ਬੇਪਰਵਾਹ ਹੋ ਗਿਆ। ਬਾਬਾ ਜੀ ਦੋਨੋਂ ਦੋਸਤ ਸੀ। ਹੁਣ 70 ਸਾਲ ਦੀ ਉਮਰ 'ਚ ਦਾਤ ਮਿਲਣੀ ਸੀ ਹੀਰਾ ਸਿੰਘ ਨੂੰ, ਮੌਤ ਸਮਾਂ ਆਉਣਾ ਸੀ ਅੰਤਮ ਬਾਬਾ ਖੇਮ ਸਿੰਘ ਦਾ। ਪਲਟਾ ਵੱਜ ਗਿਆ ਪੁੱਠਾ, ਦਾਤ ਮਿਲ ਗਈ ਬਾਬਾ ਖੇਮ ਸਿੰਘ ਜੀ ਨੂੰ, ਹੀਰਾ ਸਿੰਘ ਦੀ ਮੌਤ ਹੋ ਗਈ। ਟਰਾਲੀ ਤੋਂ ਡਿੱਗ ਚੜਿਆ ਜਾ ਰਿਹਾ ਸੀ, ਕੋਈ ਦਰਖਤ ਵੱਜਿਆ, ਟਾਹਣ ਵੱਜਿਆ, ਕੀ ਹੋਇਆ, ਉਹਦੀ ਮੌਤ ਹੋ ਗਈ। ਸਭ ਉਲਟਾ ਕੰਮ ਹੋਇਆ। ਬਾਬਾ ਜੀ ਨੇ ਬਚਨ ਸੁਣਾਇਆ ਬਾਬਾ ਖੇਮ ਸਿੰਘ ਜੀ ਨੇ ਕਿ ਜਦੋਂ ਮੈਨੂੰ ਪਤਾ ਲੱਗਿਆ ਨਾ ਕਿ 70 ਸਾਲਾਂ ਤੋਂ 70 ਸਾਲਾਂ 'ਚ ਵੀ ਮੈਨੂੰ ਦਾਤ ਨਹੀਂ ਪ੍ਰਾਪਤ ਹੋਣੀ ਤੇ ਮੈਂ ਮਰ ਜਾਣਾ ਹੈ, ਤੇ ਮੈਂ ਜੀਵਨ ਦੇਣ ਵਾਲੇ ਦੇ ਚਰਨ ਫੜ ਲਏ। ਆਖੋ ਸ੍ਰੀ ਵਾਹਿਗੁਰੂ। ਪਤਾ ਲੱਗਿਆ ਕਿ ਮੈਂ 70 ਸਾਲ ਤੋਂ ਬਾਅਦ ਖਾਲੀ ਜਾਣਾ ਤੇ ਮੈਂ ਝੋਲੀਆਂ ਭਰਨ ਵਾਲੇ ਦੇ ਚਰਨ ਫੜ ਲਏ ਤੇ ਨਾਮ ਜਪ ਲਿਆ। ਉਹਨੇ 70 ਸਾਲਾਂ ਤੋਂ ਬਾਅਦ ਮੈਨੂੰ ਜੀਵਨ ਦੇ ਦਿੱਤਾ। 70 ਸਾਲਾਂ ਤੋਂ ਬਾਅਦ ਉਹਨੇ ਮੇਰੀਆਂ ਝੋਲੀਆਂ ਭਰ ਦਿੱਤੀਆਂ। ਜੀਵਨ ਦਾ ਤਖਤਾ ਪੜ ਸਕਦਾ ਜੇ ਤੇਰੇ ਕੋਲ ਗੁਰੂ ਦੀ ਓਟ ਹੈ, ਗੁਰੂ ਦਾ ਨਾਮ ਹੈ। ਮਹਾਂਪੁਰਸ਼ ਤੇਰੀ ਜ਼ਿੰਦਗੀ ਵਿੱਚ ਆ ਗਏ ਨੇ, ਸੰਤ ਹੁੰਦੇ ਨੇ ਸਹਾਈ, ਸਦਾ ਜੀਵਾਂ ਦੇ ਲੰਘਾ ਦਿੰਦੇ, ਪਾਰ ਕਰ ਦਿੰਦੇ ਆ। ਜਿਹੜੇ ਭਵ ਸਾਗਰ ਨਹੀਂ ਤੁਸੀਂ ਪਾਰ ਕਰ ਸਕਦੇ, ਨਾ ਬੇੜੇ ਨਾ ਤੁਸੀਂ ਤਰ ਕੇ ਪਾਰ ਕਰ ਸਕਦੇ ਜੇ, ਨਾ ਕੋਈ ਹੋਰ ਸਾਧਨ ਹੈ, ਉਹ ਤੁਹਾਨੂੰ ਜਹਾਜ਼ ਪਾਰ ਕਰਕੇ ਛੱਡ ਦੇਗਾ। ਜਹਾਜ਼ ਹੈ ਮਹਾਂਪੁਰਸ਼। ਗੁਰੂ ਦਾ ਨਾਮ, ਗੁਰੂ ਦੀ ਸੰਗਤ ਪੜ ਲਓ। ਸੰਤ ਹੁੰਦੇ ਨੇ, ਉਹ ਸਾਧੂ ਹੁੰਦੇ ਨੇ, ਸਹਾਈ ਸਦਾ ਜੀਵਾਂ ਦੇ, ਭਵ ਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ, ਸਹਾਈ ਸਦਾ ਜੀਵਾਂ ਦੇ, ਭਵ ਜਲ ਤਾਰ ਦਿੰਦੇ ਨੇ। ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਪਵ ਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਪਵ ਜਲ ਤਾਰ ਦਿੰਦੇ ਨੇ। ਭਵ ਜਲ ਤਾਰ ਦਿੰਦੇ ਨੇ, ਭਵ ਜਲ ਤਾਰ ਦਿੰਦੇ ਨੇ। ਪਵ ਜਲ ਤਾਰ ਦਿੰਦੇ ਨੇ, ਪਵ ਜਲ ਤਾਰ ਦਿੰਦੇ ਨੇ। ਜੀ ਸੰਤ ਹੁੰਦੇ ਨੇ, ਜੀ ਸਾਧੂ ਹੁੰਦੇ ਨੇ, ਸਹਾਈ ਸਦਾ ਜੀਵਾਂ ਦੇ, ਭਵ ਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ, ਸਦਾ ਜੀਵਾਂ ਦੇ, ਭਵ ਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ ਸਹਾਈ ਸਦਾ ਜੀਵਾਂ ਦੇ, ਪਵ ਜਲ ਤਾਰ ਦਿੰਦੇ ਨੇ। ਸੰਤ ਹੁੰਦੇ ਨੇ
ਸੰਤ ਹੁੰਦੇ ਨੇ ਸਹਾਈ ਸਦਾ ਦੀਵਾਨੇ ਭਵ ਜਲ ਤਾਰ ਦਿੰਦੇ ਨੇ ਸਹਾਈ ਸਦਾ ਦੀਵਾਨੇ ਭਵ ਜਲ ਤਾਰ ਦਿੰਦੇ ਨੇ ਸੰਤ ਹੁੰਦੇ ਨੇ ਸਹਾਈ ਸਦਾ ਜੀਵਾਨੇ ਭਵ ਜਲ ਤਾਰ ਦਿੰਦੇ ਨੇ ਸੰਤ ਹੁੰਦੇ ਨੇ ਸਹਾਈ ਸਦਾ ਜੀਵਾਨੇ ਭਵ ਜਲ ਤਾਰ ਦਿੰਦੇ ਨੇ ਜੀ ਸੰਤ ਹੁੰਦੇ ਨੇ ਸਹਾਈ ਸਦਾ ਦੀਵਾਨੇ ਭਵ ਜਲ ਤਾਰ ਦਿੰਦੇ ਨੇ ਸੰਤ ਹੁੰਦੇ ਨੇ ਸਹਾਈ ਸਦਾ ਦੀਵਾਨੇ ਭਵ ਜਲ ਤਾਰ ਦਿੰਦੇ ਨੇ ਸੰਤ ਹੁੰਦੇ ਨੇ ਸਹਾਈ ਸਦਾ ਜੀਵਾਨੇ ਭਵ ਜਲ ਤਾਰ ਦਿੰਦੇ ਨੇ ਸੰਤ ਹੁੰਦੇ ਨੇ ਸਹਾਈ ਸਦਾ ਜੀਵਾਨੇ ਭਵ ਜਲ ਤਾਰ ਦਿੰਦੇ ਨੇ ਸਾਂਝ ਕੀਜੀਏ ਸਾਂਝ ਕੀਜੇ ਗੁਨਾਹ ਕੇਰੀ ਛੋੜ ਅਬ ਗੁੰ ਚੱਲੀਏ ਔਗਣ ਛੱਡ ਦੇ ਗੁਣਾਂ ਨਾਲ ਸਾਂਝ ਬਣਾ ਇਹਨਾਂ ਨੂੰ ਛੱਡ ਦਈਏ ਕਹਿੰਦੇ ਨੇ ਛੱਜ ਵਾਂਗੂ ਗੁਣ ਗੁਣ ਰੱਖ ਲਾ ਔਗਣ ਕੱਢ ਦੇ ਛਾਨਣੀ ਵਾਂਗੂ ਨਾ ਕਰੀ ਔਗਣ ਰੱਖ ਲਈ ਤੇ ਗੁਣ ਕੱਢ ਦੇ ਉਹ ਛਾਣ ਰੱਖਦੀ ਹੈ ਚੰਗੀ ਚੀਜ਼ ਛਾਨੀ ਕੱਢ ਦਿੰਦੀ ਹੈ ਛੱਜ ਜਿਹੜਾ ਹੈ ਉਹ ਵੰਡ ਸਾਰਾ ਕੁਝ ਮਾੜਾ ਕੱਢ ਦਿੰਦਾ ਹੈ ਚੰਗਾ ਰੱਖਦਾ ਹੈ ਐਸੀ ਬਿਰਤੀ ਬਣਾ ਕਿ ਚੰਗੇ ਗੁਣ ਗ੍ਰਹਿਣ ਕਰਦਾ ਜਾਂ ਮਾੜੇ ਕੱਢਦਾ ਜਾਂ ਜ਼ਿੰਦਗੀ 'ਚ ਇਹ ਦੋਸ਼ ਸਾਬਤ ਹੋ ਜਾਣਗੇ ਸਾਂਝ ਗੁਣਾਂ ਨਾਲ ਕਰ ਔਗਣਾਂ ਨੂੰ ਛੱਡ ਪਹਿਰੇ ਪਟੰਬਰ ਘਰ ਅਡੰਬਰ ਆਪਣਾ ਪਿੜ ਮੱਲੀਐ ਜਿਵੇਂ ਸ਼ੇਖ ਚਿੜੀ ਨੇ 60 ਸਾਲ ਤੋਂ ਬਾਅਦ ਇਹ ਸੋਚ ਹੀ ਲਿਆ ਇੱਕ ਇੱਕ ਬੂੰਦ ਨਾਲ ਘੜਾ ਭਰਦੇ ਹੋਏ ਨੂੰ ਸੋਚ ਹੀ ਲਿਆ ਕਿ ਹੁਣ ਬਾਕੀ ਰਹਿੰਦੀ ਸਵਾਰ ਨਹੀਂ ਜਾਣ ਨਹੀਂ ਦੇਣਾ ਕੋਈ ਵੀ ਸਮਾਂ ਇਸੇ ਤਰ੍ਹਾਂ ਚੰਗੇ ਵਧੀਆ ਰੇਸ਼ਮੀ ਕੱਪੜੇ ਪਹਿਨ ਤੇ ਮਾੜੀ ਜਿਹੜੀ ਹੈ ਉਹਨੂੰ ਆਦਤਾਂ ਨੂੰ ਛੱਡ ਦੇ ਆਪਦਾ ਤੇਰਾ ਜੋ ਵਸਤੂ ਇਹਦੇ ਤੇ ਕਬਜ਼ਾ ਰੱਖ ਉਹਨੂੰ ਗਵਾਉਣਾ ਇਹ ਗੁਣ ਗਵਾਉਣ ਵਾਲੀ ਚੀਜ਼ ਨਹੀਂ ਗੁਣ ਹੋਏ ਤੇ ਗੁਰੂ ਵੀ ਗਲੇ ਲਾ ਲੈਂਦਾ ਕੋਈ ਗੁਣ ਹੋਵੇ ਤਾਂ ਨੀਲੇ ਵਿੱਚ ਗੁਣ ਸੀ ਘੋੜੇ 'ਚ ਬਾਕੀ ਤਾਂ ਕਮੀਆਂ ਸੀ ਨਾ ਤੇ ਮਹਾਰਾਜ ਉਹਦੇ ਤੇ ਸਵਾਰ ਹੋ ਕੇ ਜਾਂਦੇ ਰਹੇ ਇੱਕ ਇੱਕ ਗੁਣ ਦੇ ਸਦਕਾ ਮਰਦਾਨੇ ਵਿੱਚ ਤਾਰ ਦਾ ਗੁਣ ਸੀ ਤੇ ਬਾਬੇ ਨਾਨਕ ਨੇ ਉਹਦਾ ਕੋਈ ਵੀ ਔਗਣ ਨਹੀਂ ਵੇਖਿਆ ਵੀ ਇਹ ਤਾਰ ਵਜਾਉਣੀ ਜਾਣਦਾ ਸਾਡੇ ਕੀਰਤਨ ਨਾਲ ਨੰਦ ਲਾਲ ਪੜ੍ਹਿਆ ਲਿਖਿਆ ਵਿਦਵਾਨ ਸੀ ਕਲਗੀਧਰ ਪਾਤਸ਼ਾਹ ਨੇ ਕੋਈ ਨਹੀਂ ਵੇਖਿਆ ਤੇ ਨੰਦ ਲਾਲ ਨੂੰ ਆਪਣਾ ਬਣਾ ਲਿਆ ਗੁਣ ਦੇ ਸਦਕਾ ਇਹ ਗੁਣ ਤੇਰੀ ਕਦਰ ਪਾਉਣਗੇ ਤੈਨੂੰ ਉੱਚੀਆਂ ਚੱਕ ਕੇ ਲਿਜਾਣਗੇ ਤੈਨੂੰ ਵਡਿਆਈਆਂ ਮਿਲਣਗੀਆਂ ਪਰ ਸਭ ਤੋਂ ਵੱਡਾ ਗੁਣ ਹੀ ਕਿ ਤੇਰੀ ਜ਼ਿੰਦਗੀ ਵਿੱਚ ਕੋਈ ਰੱਬ ਦਾ ਪਿਆਰਾ ਖੜਾ ਹੋਵੇ ਆਖੋ ਜੀ ਵਾਹਿਗੁਰੂ ਜੀ ਬੇਸ਼ੱਕ ਤੂੰ ਬੜੇ ਪਾਠ ਕਰਦਾ ਹੈ ਬੜੇ ਸਿਮਰਨ ਕਰਦਾ ਹੈ ਬੜਾ ਧਰਮੀ ਬੰਦਾ ਹੈ ਜੇ ਤੇਰੀ ਜ਼ਿੰਦਗੀ 'ਚ ਕੋਈ ਮਹਾਂਪੁਰਸ਼ ਨਹੀਂ ਤੇ ਇਹਦਾ ਹਨੇਰ ਹੋ ਸਕਦਾ
ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਰੱਬ ਦਾ ਪਿਆਰਾ ਖੜਾ ਹੋ ਗਿਆ ਹੈ ਨਾ, ਉਹਨਾਂ ਦਾ ਕਦੀ ਨੁਕਸਾਨ ਹਨੇਰ ਨਹੀਂ ਹੋਇਆ। ਪਰ ਜਿਨ੍ਹਾਂ ਦੀ ਜ਼ਿੰਦਗੀ 'ਚ ਮਹਾਂਪੁਰਖ ਨਹੀਂ ਸੀ, ਭਾਵੇਂ ਉਹ ਬੜੇ ਗਿਆਨੀ ਸੀ, ਬੜੇ ਪਾਠੀ ਸੀ, ਬੜੇ ਵਿਦਵਾਨ ਸੀ, ਉਹਨਾਂ ਦਾ ਬਸ ਕੋਈ ਨਾ ਕੋਈ ਉਹਨਾਂ ਤੋਂ ਐਸਾ ਹੋਇਆ ਜਿਹੜਾ ਕਿ ਉਹ ਜ਼ਿੰਦਗੀ ਨੂੰ ਹਨੇਰਾ ਬਣਾ ਗਏ। ਇਹ ਗੁਰੂ ਸਾਹਿਬ ਦੀ ਬਾਣੀ ਵੀ ਹਰ ਅੰਗ ਤੇ, ਇਹ ਨਹੀਂ ਕਿ ਇੱਕ ਸ਼ਬਦ ਹੀ ਹੈ, ਹਰ ਅੰਗ ਤੇ ਸਮੱਤ ਦਿੰਦੀ ਹੈ। ਉਹਨੂੰ ਪੜ੍ਹੋ ਤੇ ਵਿਚਾਰੋ ਕਿ ਤੇਰੀ ਜ਼ਿੰਦਗੀ ਵਿੱਚ ਕੋਈ ਭਲਾ ਪੁਰਸ਼ ਹੋਣਾ ਚਾਹੀਦਾ, ਤੇਰੇ ਜੀਵਨ 'ਚ ਕੋਈ ਵੀ ਮਹਾਂਪੁਰਖ ਹੋਣਾ ਚਾਹੀਦਾ ਹੈ। ਤੇਰੀ ਜ਼ਿੰਦਗੀ ਚਾਨਣ ਮੁਨਾਰਾ ਬਣ ਜੇਗੀ। ਪਰਮਾਤਮਾ ਦੇ ਬਚਨੇ, ਜੇ ਮੇਰਾ ਰੂਪ ਕੋਈ ਸੰਸਾਰ ਵਿੱਚ ਹੈ, ਉਹ ਮੇਰਾ ਦਾਸ ਹੈ। ਆਖੋ ਸੀ ਵਾਹਿਗੁਰੂ। ਜੇ ਕੋਈ ਮੇਰਾ ਰੂਪ ਹੈ ਨਾ, ਉਹ ਮੇਰਾ ਦਾਸ ਹੈ, ਮੇਰਾ ਸੇਵਕ, ਨਾਮ ਜਪਣ ਵਾਲਾ। ਦਾਸ ਅਨਿਨ ਮੇਰੋ ਨਿਜ ਰੂਪ। ਮਹਾਂਪੁਰਖਾਂ ਦੀ ਸੰਗਤ। ਧੰਨ ਬਾਬਾ ਕੁੰਦਨ ਸਿੰਘ ਜੀ, ਧੰਨ ਬਾਬਾ ਖੇਮ ਸਿੰਘ ਜੀ, ਧੰਨ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ, ਉਹ ਵੀ ਹੋਰ ਬੜੇ ਮਹਾਂਪੁਰਸ਼ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਮਿਲੇ, ਸਾਰਿਆਂ ਦੇ ਕੋਲੋਂ ਕਬੀਰ ਸਾਹਿਬ ਰੱਬ ਦੇ ਨਾਲ ਨਾਰਾਜ਼ ਹੋ ਗਏ ਕਿਸੇ ਗੱਲ ਤੋਂ, ਗੁਰੂ ਪਰਮੇਸ਼ਰ ਨਾਲ ਝਗੜਾ ਹੋ ਗਿਆ ਤੇ ਕਹਿਣ ਲੱਗੇ ਮੈਂ ਤੇਰੇ ਤੋਂ ਕੋਈ ਨਹੀਂ ਲਿਆ, ਮੈਂ ਜੋ ਲਿਆ ਹੈ ਮਹਾਂਪੁਰਸ਼ਾਂ ਦੇ ਕੋਲੋਂ ਲਿਆ ਹੈ, ਸਾਧੂਆਂ ਕੋਲੋਂ। हम मांगो संतन रहना, मैं नहीं किसी का देना। मैं जिन्ना कुछ भी लिया है ना, मैं संतां दी धूड़ी चो लिया है। माधो कैसी बने तुम संगे, तू की मुंह बटिया मेरे नाल नहीं देवेगा, मेरा हक है इस घर च, मैं मंग के ले लांगा। आखो सी तेरे दरबार विच महापुरखां दे सदका मेरा हक है, नहीं तू देवेगा मैं मंग के लांगा इस थां दे, मेरा हक है। हक दे वास्ते हर कोई आदमी लड़दा है, मेरा भी तेरे घर दे विच हक है। मैं महापुरुषां दी चरण धूड़ी लेना, मैं महापुरुषां साधुआं दा सेवक हाँ। जो कुछ लिया है मैं संतां दी धूड़ी विचों लिया है, मैं नहीं किसी दा कोई लेखा देना। ये साध संगत दी सेवा, गुरु घर दी धूड़ी, महापुरखां दी धूड़ी, साध संगत दियां दुआवां, साध संगत दियां अरदासां, तारा रानी ने कहा सी ना, उन्हें कहा सी भी ये तेरियां जोड़ियां जोड़न वाला कित्थे रहिंदा है। उन्हें कहा भी साध संगत विच रहिंदा है, साध संगत दे विच वसदा है। पढ़ो। तेरा जोड़ियां बनावन वाला, ये साध संगत किते भुलेखा ना रहे, किसे कठ नूं नहीं आखिया, मेन आखिया जे तुहाडे कोल किसे साधु दी संगत है, ओनू साध संगत आखिया है। आ साध संगत है धन बाबा महानाम सिंह जी, बाबा नानक, जिंदे विच कोई महापुरख ने विराजमान जिस संगत दे, वो साध संगत होंदी। इकट्ठ दा बाजार है इधर उधर भी, जेडे गुरु ग्रंथ साहिब की मर्यादा अनुसार, अपने सिख धर्म की मर्यादा है श्री गुरु ग्रंथ साहिब जी, ते गुरु ग्रंथ साहिब की हजूरी विच ते रब दे बख्शे होए महापुरुष विच उस मार्ग विच सहाई होण। जिमें इस मार्ग विच बाबा महानाम सिंह जी, सारे महापुरुष खड़े ने, बाबा जी तो वरसाए होए। इस करके साधुआं दी संगत है, ये साधुआं दा डेरा है, ये साधुआं दा स्थान है, जिन्हों गुरबाणी विच बहुत वडियाई दिती है, बड़ा उच्चा आख्या है।
ਜਿਸ ਡੇਰੇ ਨੂੰ ਗੁਰਬਾਣੀ ਥਾਂ ਥਾਂ ਤੇ ਜਿਸ ਡੇਰੇ ਦੀ ਵਡਿਆਈ ਕਰਦੀ ਹੈ, ਲੋਕਾਂ ਦੀ ਨਿੰਦਿਆ ਕੀਤੀ ਕੱਖ ਨਹੀਂ ਕਰੇਗੀ। ਜਿਹੜੇ ਦਾਅਵੇ ਕਰਦੇ ਨਾ ਆਪੋ ਆਪਣੇ, ਉਹਨਾਂ ਦੇ ਝੂਠੇ ਨੇ। ਦਾਅਵ ਉਹੀ ਸਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲ ਰਹੇ ਨੇ। ਹਾਂ ਪੜੋ। ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਮੇਰਾ ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਮੇਰਾ ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਮੇਰਾ ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਜੈ ਸਾਧ ਸੰਗਤ ਹੋਵੇ ਇਕੱਤਰ, ਜਿੱਥੇ ਸਾਧੂ ਤੇ ਸੰਗਤ, ਨਾਮ ਜਪਣ ਵਾਲੇ ਗੁਰਮੁਖ ਪਿਆਰੇ ਗੁਰਸਿੱਖ ਮਹਾਂਪੁਰਸ਼ ਭਲੇ ਪੁਰਸ਼ ਇਕੱਠੇ ਹੁੰਦੇ ਨੇ, ਕੀਰਤਨ ਕਰਦੇ ਆ, ਪਾਠ ਕਰਦੇ ਆ, ਉੱਥੇ ਰੱਬ ਵਸਦਾ। ਹਰ ਜਸ ਗਾਵੇ ਨਾਦ ਕਵਿਤ। ਪੜਿਓ। ਆਪਾਂ ਦਰਸ਼ਨ ਕਰਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ਦੇ, ਹਜੂਰ ਸਾਹਿਬ ਦੇ ਬੈਠੇ ਮਹਾਂਪੁਰਸ਼ ਸਾਧੂ ਸੰਤ ਸੰਗਤਾਂ ਨਾਮ ਜਪਦੀਆਂ। ਸਾਰੇ ਗੁਰੂ ਦਾ ਨਾਮ ਜਪਦੇ ਆ, ਮਨ ਨੂੰ ਠੰਡ ਪੈਂਦੀ ਏ, ਸ਼ਾਂਤੀ। ਤੇ ਜਿੱਥੇ ਮੇਲੇ ਲੱਗੇ ਆ, ਇਕੱਠ ਲੱਗੇ ਆ, ਮੈਂ ਤੂੰ ਵਿਚਾਰਾਂ ਕਰਦੇ, ਹਉਮੈ ਦੀਆਂ ਕਥਾਵਾਂ ਕਰਦੇ ਆ, ਉਹ ਸਾਧ ਸੰਗਤ ਨਹੀਂ ਹੋ ਸਕਦੀ। ਸਾਧ ਸੰਗਤ ਨਾਮ ਜਪਦੀ, ਜਿਹੜੀ ਗੁਣ ਗਾਉਂਦੀ, ਸਾਰੇ ਇੱਕ ਰਸ ਸ਼ਾਂਤ ਹੋ ਕੇ ਲੱਗੇ ਆ। ਉਹ ਗੁਰੂ ਦਰਬਾਰ ਦੀਆਂ ਵਡਿਆਈਆਂ ਨੇ। ਉੱਥੇ ਗੁਰੂ ਪੂਰੇ ਖੜੇ ਆ, ਗੁਰੂ ਪੂਰੇ ਖੜੇ ਆ। ਗੁਰੂ ਸਥਾਨਾਂ ਤੇ, ਮਹਾਂਪੁਰਖਾਂ ਦੇ ਸਥਾਨਾਂ ਤੇ ਆਪ ਸਤਿਗੁਰੂ ਸਹਾਈ ਹੁੰਦੇ ਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿੰਨੀ ਵਡਿਆਈ ਹੈ, ਕਿੰਨੇ ਵੱਡੇ ਆ, ਕਿੰਨੀ ਸੋਭਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਕਿੰਨਾ ਮਾਣ ਦਿੱਤਾ ਹੈ, ਕਿੰਨੀ ਵਡਿਆਈ ਦਿੱਤੀ। ਅਸੀਂ ਉੱਥੇ ਬਾਬਾ ਦੀਪ ਸਿੰਘ ਜੀ ਨੂੰ ਮੱਥਾ ਟੇਕਦੇ ਹਾਂ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਬੁੱਢਾ ਜੀ। ਗੁਰੂ ਸਾਹਿਬ ਮਹਾਂਪੁਰਖਾਂ ਨੂੰ ਵਡਿਆਈਆਂ ਦਿੰਦੇ, ਸਾਧੂਆਂ ਨੂੰ ਵਡਿਆਈਆਂ ਦਿੰਦੇ, ਆਪਦੇ ਤੋਂ ਵੱਧ ਵੀ ਦੇ ਦਿੰਦੇ। ਜਿਵੇਂ ਰਾਮ ਜੀ ਨੇ ਭਗਤ ਹਨੂਮਾਨ ਜੀ ਨੂੰ ਵਡਿਆਈ ਦਿੱਤੀ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਖ ਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਨੂੰ ਵਡਿਆਈਆਂ ਦਿੱਤੀਆਂ। ਆਪਾਂ ਉਸ ਸਾਧ ਸੰਗਤ ਦੇ ਵਿੱਚ ਜੁੜੇ ਹਾਂ। ਅੱਗੇ ਜੀ, ਜਿੱਥੇ ਜਾਏ ਬਈ, ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ। ਜਿੱਥੇ ਵੀ ਜਾ ਕੇ ਬਵਾਂਗੇ, ਬਹਿਣਾ ਹੈ, ਪੜ੍ਹਾਈ ਕਹਿਣਾ ਹੈ, ਉਹਨੂੰ ਰਿੜਕਣਾ ਹੈ। ਪਰ ਝੋਲ ਕੇ ਵਿੱਚੋਂ, ਜਿਵੇਂ ਮੱਖਣ ਖੱਟੇ ਦੁੱਧ ਵਿੱਚੋਂ ਰਿੜਕ ਕੇ ਮੱਖਣ ਕੱਢ ਲਈਦਾ, ਐਵੇਂ ਕੋਈ ਵੀ ਹੋਵੇ, ਉਹਨੂੰ ਰਿੜਕ ਕੇ ਉਹਦੇ ਚੋਂ ਮੱਖਣ ਕੱਢ। ਸੰਗਤ ਵਿੱਚੋਂ, ਵਿਚਾਰਾਂ ਵਿੱਚੋਂ, ਸਾਰਿਆਂ ਵਿੱਚ ਬੈਠ ਕੇ
ਸਾਰੇ ਦਿਨ ਵਿੱਚ ਸਾਰੇ ਦਿਨ ਦਾ ਰੇੜਕਾ ਪਾ ਕੇ ਮੱਥ ਕੇ ਉਹਦੇ ਵਿੱਚੋਂ ਤੱਤ ਕੱਢ ਤੇ ਤੱਤ ਕੱਢ ਕੇ ਉਹਨਾਂ ਨੂੰ ਗ੍ਰਹਿਣ ਕਰ ਲਾ, ਉਹਨਾਂ ਨੂੰ ਝੋਲੀ 'ਚ ਪਾ ਲਾ। ਗੁਨਾਹ ਕਾ ਹੋਵੇ ਵਾਸਲਾ ਕਢਵਾ ਸਲਹੀ ਜੇ ਦੇ। ਗੁਨਾਹ ਦੀ ਪੋਟਲੀ ਪੱਲੇ ਤੇਰੇ ਬੰਨੀ ਹੋਈ ਹੈ ਨਾ, ਲੈ ਫਿਰ ਖੁਸ਼ਬੂਆਂ ਹੁਣ ਜ਼ਿੰਦਗੀ 'ਚ ਤੈਨੂੰ ਹੀ ਮਿਲਣੀਆਂ ਨੇ। ਜੇ ਤੂੰ ਗੁਣ ਪੱਲੇ ਬੰਨੇ ਹੋਏ ਨੇ, ਖੁਸ਼ਬੂਆਂ ਤੇ ਮਹਿਕਾਂ ਤੇਰੇ ਕੋਲ ਹੀ ਆਉਣੀਆਂ। ਕੱਢ ਕੇ ਵਾਸ਼ਨਾ ਲੈ ਆਉਂਦੀ ਜੇ ਗੁਣ ਪੱਲੇ ਬੰਨੇ ਹੋਏ ਆ। ਪੱਲੇ ਖਰਚ ਮਣਾ ਬੰਨੜਾ ਵਾਟਾਂ ਦੂਰ ਦੀਆਂ। ਕਿਸੇ ਸਫ਼ਰ ਵਿੱਚ ਵੀ ਜਾਣਾ ਹੈ ਤੇ ਪੱਲੇ ਵਿੱਚ ਕੋਈ ਨਾ ਕੋਈ ਬੰਨੀ ਦਾ। ਬੰਨਣ ਦਾ ਮਾਰਗ ਗੁਰੂ ਸਾਹਿਬ ਦੀ ਮਿਹਰ ਕਿਰਪਾ ਸੰਗਤ। ਸੰਗਤ ਵਿੱਚ ਦਾਸਾ ਭਾਵ ਗਰੀਬੀ, ਸਾਧ ਸੰਗਤ ਦੇ ਵਿੱਚ ਨਿਮਾਣਾਪਣ, ਦਾਸਾ ਭਾਵ ਗਰੀਬੀ। ਕਿਵੇਂ ਮਹਾਂਪੁਰਸ਼ ਅਸੀਂ ਵੀ ਤੀਰਥਾਂ ਦੇ ਜਾਂਦੇ ਹਾਂ, ਕੀ ਲੈ ਕੇ ਆਉਣੇ ਆ ਤੇ ਕਿਸ ਤਰ੍ਹਾਂ ਮਹਾਂਪੁਰਖਾਂ ਨੇ, ਬਾਬਾ ਮਾਹਰ ਨਾਮ ਸਿੰਘ ਜੀ ਨੇ 7 ਸਾਲ ਹਰਿਮੰਦਰ ਸਾਹਿਬ ਦੇ ਪਰਿਕਰਮਾ ਵਿੱਚ ਕਮਾਈ ਕੀਤੀ, ਬਹਿ ਕੇ ਪਰਿਕਰਮਾ 'ਚ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਜਾ ਕੇ ਤੇ ਭਗਤੀ ਕਰ ਸਿਮਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਰਹਿ ਕੇ ਝੋਲੀਆਂ ਭਰੀਆਂ। ਬਾਬਾ ਅਤਰ ਸਿੰਘ ਜੀ ਨੇ ਹਜ਼ੂਰ ਸਾਹਿਬ ਜਾ ਕੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਪਾਏ, ਝੋਲੀਆਂ ਭਰੀਆਂ। ਇਵੇਂ ਇਸ ਮਾਰਗ ਤੇ ਚੱਲ ਚੱਲ ਕੇ ਆਪਣੀਆਂ ਝੋਲੀਆਂ, ਆਪਾਂ ਵੀ ਮਹਾਂਪੁਰਖ ਵੀ ਗਏ ਤੀਰਥਾਂ ਦੇ, ਉਹਨਾਂ ਨੇ ਗੁਰੂ ਵੱਲ ਵੇਖਿਆ। ਅਸੀਂ ਤੀਰਥਾਂ ਦੇ ਲੋਕਾਂ ਨੂੰ ਵੇਖ ਕੇ, ਮੇਲਿਆਂ ਨੂੰ ਵੇਖ ਕੇ ਆ ਜਾਂਦੇ ਹਾਂ। ਉਹ ਗੁਰੂ ਤੋਂ ਦਾਤਾਂ ਲੈ ਕੇ ਆਏ, ਉਹਨਾਂ ਨੇ ਗੁਰੂ ਨੂੰ ਯਾਦ ਕੀਤਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਇਸ ਜਗਤ ਦੇ ਮਾਲਕ ਮਹਾਂਪੁਰਸ਼ ਸਾਡੇ ਨਾਲ ਜ਼ਿੰਦਗੀ 'ਚ ਸਹਾਈ ਹੋਣ ਤੇ ਜ਼ਰੂਰ ਕੋਈ ਨਾ ਕੋਈ ਕਿਨਾਰਾ ਮਿਲ ਜਾਂਦਾ ਹੈ, ਕਿਸੇ ਨਾ ਕਿਸੇ ਪਾਸੇ ਲੱਗ ਜਾਏਗਾ। ਜੇ ਸਾਡੇ ਪੱਲੇ ਨਾਮ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਸੇਵਾ ਨਹੀਂ, ਤੇ ਮਹਾਂਪੁਰਸ਼ ਵੀ ਫਿਰ ਕਹਿੰਦੇ ਭਾਈ ਅਸੀਂ ਕੀ ਕਰੀਏ। ਜਿਸ ਮਾਰਗ ਤੇ ਅਸੀਂ ਤੋਰਨਾ ਤੂੰ ਨਹੀਂ ਤੋਰ ਰਿਹਾ, ਜਿਸ ਥਾਂ ਤੇ ਅਸੀਂ ਜਿੱਥੇ ਮਿਲਾਉਣਾ ਤੂੰ ਨਹੀਂ ਮਿਲ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਆਪਣਾ ਮਨ ਲਾ, ਨਾਮ ਬੰਦਗੀ ਦੇ ਵਿੱਚ ਲਾ ਲਾ, ਸੇਵਾ ਵਿੱਚ ਲਾ ਲਾ, ਕਿਸੇ ਥਾਂ ਤੇ ਮਨ ਟਿਕਾ ਲਾ, ਤੇਰੀਆਂ ਝੋਲੀਆਂ ਭਰੀਆਂ ਜਾਣ। ਇੱਥੋਂ ਪਦਾਰਥ ਮਿਲਦੇ ਆ, ਦਾਤਾਂ ਮਿਲਦੀਆਂ। ਗੁਰੂ ਨਾਨਕ ਦੇ ਘਰ ਕਹਿੰਦੇ ਇੰਨੀਆਂ ਮਿਲਦੀਆਂ ਕਿ ਤੂੰ ਚੱਕ ਨਹੀਂ ਸਕਦਾ, ਇੰਨੀਆਂ ਉਹ ਦਾਤਾਂ ਦਿੰਦਾ ਕਿ ਤੂੰ ਥੱਕ ਜਾਏਗਾ, ਉਹ ਫਿਰ ਵੀ ਨਹੀਂ ਥੱਕੇਗਾ, ਦੇ ਹੀ ਜਾਏਗਾ। ਦਿੰਦਾ ਦੇ, ਲੈਂਦੇ ਥੱਕ ਪਾਏ। ਅਸੀਂ ਦੇਣਾ ਵੇਖਿਆ, ਦਾਤਾਂ ਲੈਣ ਵਾਲੇ ਥੱਕ ਗਏ, ਦੇਣ ਵਾਲਾ ਝੋਲੀਆਂ ਭਰਦਾ ਹੀ ਰਿਹਾ। ਭਰ ਦੇ ਝੋਲੀਆਂ ਖਾਲੀ ਨਹੀਂ ਮੋੜਦੇ, ਭਰਦਾ ਝੋਲੀਆਂ ਖਾਲੀ ਨਹੀਂ ਮੋੜਦਾ। ਸਾਹਿਬ ਮੇਰਾ ਮਿਹਰਬਾਨ ਹੈ, ਭਰਦਾ ਝੋਲੀਆਂ ਖਾਲੀ ਨਹੀਂ ਮੋੜਦਾ। ਸਾਹਿਬ ਮੇਰਾ ਮਿਹਰਬਾਨ ਹੈ, ਝੋਲੀਆਂ ਖਾਲੀ ਨਹੀਂ ਮੋੜਦਾ। ਸਾਹਿਬ ਮੇਰਾ ਮਿਹਰਬਾਨ ਹੈ, ਪਰਦਾ ਝੋਲੀਆਂ ਖਾਲੀ ਨਹੀਂ ਮੋੜਦਾ। ਸਾਹਿਬ ਮੇਰਾ ਮਿਹਰਬਾਨ ਹੈ, ਜੀ ਭਰਦਾ ਝੋਲੀਆਂ ਖਾਲੀ ਨਹੀਂ ਮੋੜਦਾ। ਸਾਹਿਬ ਮੇਰਾ ਮਿਹਰਬਾਨ ਹੈ,
ਹਰਦਾ ਢੋਲੀਆਂ ਖਲੀ ਨਹੀਂ ਮੋੜਦਾ ਸਾਹਿਬ ਮੇਰਾ ਮਿਹਰਬਾਨ ਹੈ। ਗੁਰੂ ਸਾਹਿਬ ਤੋਂ ਮੰਗੋ ਜੋ ਮੰਗੇ ਠਾਕਰ ਆਪਣੀ ਤੇ, ਸੋਈ ਸੋਈ ਦੇਵੇ ਮੰਗੋ ਝੋਲੀ ਅੜ ਕੇ ਮੰਗੋ, ਦਿਨ ਰਾਤ ਮੰਗੋ, ਜਿੱਥੇ ਨਹੀਂ ਕੋਈ ਜ਼ੋਰ ਉੱਥੇ ਮੱਥੇ ਹੀ ਟੇਕੀ ਜਾਓ। ਨਿਉ ਕੀ ਰਹੋ ਜਿਸ ਠਾਕਰ ਸਿਓ ਨਹੀਂ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ। ਜਿਸ ਅੱਗੇ ਜ਼ੋਰ ਨਾ ਚੱਲੀ ਖੜੇ ਕੀਚੇ ਅਰਦਾਸ। ਜਿੱਥੇ ਕੋਈ ਵਸ ਨਹੀਂ ਉੱਥੇ ਗੁਰੂ ਸਾਹਿਬ ਦੇ ਅੱਗੇ ਦਾਤਾ ਮੰਗੋ, ਮਿਹਰ ਮੰਗੋ, ਮਿਹਰਬਾਨ ਮਿਹਰ ਕਰਨਗੇ ਤੇ ਕਾਰਜ ਰਾਸ ਆਏਗਾ। ਬਾਬਾ ਜੀ ਅੱਜ ਕਿਰਪਾ ਕਰਨ ਸਾਡੀ ਤੇ ਮਿਹਰ ਸਿਰ ਤੇ ਹੱਥ ਰੱਖ ਕੇ ਆਪਦੇ ਬਣਾ ਕੇ ਸੇਵਾ ਲੈਣ। ਹੁਣ ਹੁਕਮਨਾਮਾ ਤੇ ਸੰਗਤਾਂ ਨੇ ਇਸ਼ਨਾਨ ਪਾਣੀ ਜਿੰਨਾ ਕਰਨਾ ਹੈ ਕਰ ਲੈਣਾ ਭਾਈ। ਜਿੰਨਾ ਇਸ਼ਨਾਨ ਕਰਕੇ ਆਏ ਉਹਨਾਂ ਪਾਠ ਵਿੱਚ ਬਹਿ ਜਾਣਾ, ਚਾਹ ਪਾਣੀ ਛਕਿਓ 5-10 ਮਿੰਟ 15 ਮਿੰਟ ਜਿਵੇਂ ਜਿਵੇਂ ਵੀ ਸੰਗਤ ਦਾ ਮਾਣੇ ਉਹਦੇ ਵਿੱਚ ਸਮਾਹੇਗਾ ਆਪਣੇ ਕੋਲ ਤੇ ਆ ਜਾਣਾ ਫਿਰ ਸੰਗਤ ਦੇ ਵਿੱਚ ਤੇ ਆਪ ਸੁਖਮਨੀ ਸਾਹਿਬ ਦਾ ਸਮਾਂ ਸੰਭਾਲ ਲੈਣਾ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰੇ ਨੂੰ ਨਹੀਂ ਗਵਾਉਣਾ। ਜਿਨ੍ਹਾਂ ਨੇ ਕੀਰਤਨ ਵਾਲਿਆਂ ਨੇ ਬਾਅਦ ਵਿੱਚ ਸਾਰੇ ਕੀਰਤਨ 'ਚ ਆਇਆ ਕਰੋ। ਜਦੋਂ ਸੁਖਮਨੀ ਦਾ ਭੋਗ ਪੈਂਦਾ ਉਸ ਤੋਂ ਬਾਅਦ ਸਾਰੇ ਕੀਰਤਨ ਵਾਲੇ ਕੀਰਤਨ 'ਚ ਆਇਆ ਕਰੋ। ਲੇਟ ਨਹੀਂ ਕਿ 10 ਮਿੰਟ ਆ ਜਾਈਏ 15 ਮਿੰਟ ਆ ਜਾਈਏ ਅਖੀਰ 'ਤੇ ਆ ਜਾਈਏ। ਆਪਣੀ ਡਿਊਟੀ 'ਤੇ ਪੂਰਾ ਸੁਖਮਨੀ ਵਾਲਿਆਂ ਨੇ ਪੂਰਾ ਬਾਬਾ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਮਾਂ ਦਿੱਤਾ ਵੀ ਚਲੋ ਤੁਸੀਂ ਆ ਜਾਓ, ਚਾਹ ਪਾਣੀ ਛਕਿਓ, ਜਲ ਪਾਣੀ ਵਰਤਿਓ। ਇੰਨੇ ਚਿਰ ਦੇ ਵਿੱਚ ਜਾ ਕੇ ਆ ਜਾਣਾ ਤੇ ਪਾਠ 'ਚ ਸਾਰੀ ਸੰਗਤ ਨੇ ਬਹਿ ਕੇ ਗੁਰੂ ਤੋਂ ਦਾਤਾਂ ਲੈਣੀ ਹੈ, ਬਖਸ਼ਿਸ਼ਾਂ ਲੈਣੀ ਹੈ। ਹਰ ਜਸ ਗਾਇਓ ਧੰਨ ਗੁਰੂ ਨਾਨਕ। ਹਰ ਜਿਸ ਗਾਇਓ ਸੰਤ ਜਨਾ ਮਿਲ, ਹਰ ਜਿਸ ਗਾਇਓ